ਹੋਸ਼ਿਆ ਨਬੀ ਦੀ ਕਿਤਾਬ। ਹੋਸ਼ਿਆ ਇਸਰਾਏਲ ਦੇ ਉੱਤਰੀ ਸਾਮਰਾਜ ਵਿੱਚ ਰਹਿੰਦਾ ਸੀ, ਜਿਸ ਨੂੰ ਉਹ ਕਦੀ-ਕਦੀ ਇਫਰਾਇਮ ਜਾਂ ਯਾਕੂਬ ਵੀ ਕਹਿੰਦਾ ਹੈ, ਜਿਸ ਨੂੰ ਦੱਖਣੀ ਸਾਮਰਾਜ ਯਹੂਦਾ ਤੋਂ ਅਲੱਗ ਹੋਏ ਲਗਭਗ 200 ਸਾਲ ਬੀਤ ਚੁੱਕੇ ਸਨ। ਸ਼ੁਰੂਆਤੀ ਰਾਜਿਆਂ ਦੀ ਕਹਾਣੀ ਯਾਦ ਕਰੋ। ਹੋਸ਼ਿਆ ਨੂੰ ਇਸਰਾਏਲ ਦੇ ਸਭ ਤੋਂ ਬੁਰੇ ਰਾਜਿਆਂ ਵਿੱਚੋਂ ਇੱਕ ਯਰਾਬੁਆਮ ਦੇ ਦੂਸਰੇ ਸ਼ਾਸਨ ਕਾਲ ਵਿੱਚ ਪਰਮੇਸ਼ਵਰ ਦੀ ਵੱਲੋਂ ਬੋਲਣ ਨੂੰ ਕਿਹਾ ਗਿਆ ਸੀ। ਦੇਸ਼ ਗੜਬੜੀ ਵੱਲ ਜਾ ਰਿਹਾ ਸੀ ਅਤੇ ਸਾਲ 722 ਈਸਾ ਪੂਰਵ ਵਿੱਚ ਦੁਸ਼ਟ ਅਸੂਰੀ ਸਾਮਰਾਜ ਨੇ ਹਮਲਾ ਕਰਕੇ ਇਸਰਾਏਲ ਨੂੰ ਨਸ਼ਟ ਕਰ ਦਿੱਤਾ। ਇੱਕ ਵਾਰ ਫਿਰ ਤੋਂ ਦੂਜੇ ਰਾਜਿਆਂ ਦੀ ਕਹਾਣੀ ਵੇਖੋ ਅਤੇ ਹੋਸ਼ਿਆ ਨੇ ਇਹ ਸਭ ਹੁੰਦੇ ਵੇਖਿਆ ਸੀ। ਕਿਤਾਬ ਲਗਭਗ ਉਸ ਦੇ 25 ਸਾਲਾਂ ਦੇ ਪ੍ਰਚਾਰ ਅਤੇ ਲਿਖਤ ਦਾ ਸੰਗ੍ਰਹਿ ਹੈ, ਜਿਸ ਵਿੱਚ ਲਗਭਗ ਸਭ ਕਵਿਤਾਵਾਂ ਹਨ ਅਤੇ ਇਸ ਪੂਰੇ ਸੰਗ੍ਰਹਿ ਦੀ ਰਚਨਾ 3 ਮੁੱਖ ਭਾਗਾਂ ਵਿੱਚ ਕੀਤੀ ਗਈ ਹੈ। ਆਓ ਗਹਿਰਾਈ ਵਿੱਚ ਚੱਲੀਏ ਅਤੇ ਵੇਖੀਏ ਇਹ ਕਿਵੇਂ ਕੰਮ ਕਰਦਾ ਹੈ। ਪਹਿਲਾ ਭਾਗ ਗੋਮਰ ਨਾਮਕ ਔਰਤ ਨਾਲ ਹੋਸ਼ਿਆ ਦੇ ਟੁੱਟੇ ਹੋਏ ਵਿਆਹ ਦੀ ਕਹਾਣੀ ਦੱਸਦਾ ਹੈ, ਜੋ ਜਨਾਹ ਕਰਦੀ ਹੈ। ਹੁਣ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਗੋਮਰ ਵਿਆਹ ਤੋਂ ਪਹਿਲਾਂ ਹੋਰ ਮਨੁੱਖਾਂ ਨਾਲ ਸਬੰਧ ਵਿੱਚ ਸੀ ਜਾਂ ਬਾਅਦ ਵਿੱਚ, ਪਰ ਉਹਨਾਂ ਦੇ 3 ਬੱਚੇ ਸਨ ਅਤੇ ਸਭ ਕੁਝ ਖਿੰਡ ਜਾਂਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਰਮੇਸ਼ਵਰ ਹੋਸ਼ਿਆ ਨੂੰ ਕਹਿੰਦਾ ਹੈ ਕਿ ਗੋਮਰ ਦੀ ਬੇਵਫਾਈ ਦੇ ਬਾਵਜੂਦ ਉਹ ਉਸ ਨੂੰ ਲੱਭੇ ਅਤੇ ਉਸ ਦੇ ਪ੍ਰੇਮੀਆਂ ਨੂੰ ਉਸ ਦਾ ਕਰਜ਼ ਦੇਵੇ ਅਤੇ ਇੱਕ ਵਾਰ ਫਿਰ ਤੋਂ ਉਸ ਨੂੰ ਆਪਣਾ ਪਿਆਰ ਅਤੇ ਵਿਸ਼ਵਾਸ ਦੇਵੇ। ਅਤੇ ਪਰਮੇਸ਼ਵਰ ਕਹਿੰਦਾ ਹੈ, ਇਹ ਸਭ ਵਿਆਹ ਦਾ ਟੁੱਟਣਾ ਅਤੇ ਫਿਰ ਤੋਂ ਬਣਨਾ, ਬੱਚੇ, ਇਹ ਸਭ ਭਵਿੱਖ ਦੇ ਚਿੰਨ੍ਹ ਹਨ ਜੋ ਇਸਰਾਏਲ ਦੇ ਨਾਲ ਪਰਮੇਸ਼ਵਰ ਦੇ ਸਬੰਧ ਦੀ ਕਹਾਣੀ ਦਰਸਾਉਂਦਾ ਹੈ। ਪਰਮੇਸ਼ਵਰ ਇਸਰਾਏਲ ਦੇ ਲਈ ਇੱਕ ਵਿਸ਼ਵਾਸਯੋਗ ਪਤੀ ਦੀ ਤਰ੍ਹਾਂ ਰਿਹਾ ਹੈ। ਉਸਨੇ ਉਹਨਾਂ ਨੂੰ ਗੁਲਾਮੀ ਤੋਂ ਬਚਾਇਆ। ਉਹ ਉਹਨਾਂ ਨੂੰ ਸਨਈ ਪਹਾੜ ਤੇ ਲਿਆਇਆ, ਜਿੱਥੇ ਉਸਨੇ ਉਹਨਾਂ ਨਾਲ ਇੱਕ ਨੇਮ ਬੰਨਿਆ। ਉਸਨੇ ਉਹਨਾਂ ਨੂੰ ਇਕੱਲੇ ਉਸੇ ਪ੍ਰਤੀ ਵਫਾਦਾਰ ਹੋਣ ਲਈ ਕਿਹਾ। ਫਿਰ ਉਹ ਇਸਰਾਏਲ ਨੂੰ ਵਾਅਦਾ ਕੀਤੇ ਦੇਸ਼ ਵਿੱਚ ਲਿਆਇਆ ਅਤੇ ਉਹਨਾਂ ਨੇ ਸਾਰੀ ਬਹੁਤਾਇਤ ਨੂੰ ਲਿਆ ਜੋ ਪਰਮੇਸ਼ਵਰ ਨੇ ਦਿੱਤੀ ਸੀ, ਪਰ ਉਹਨਾਂ ਨੇ ਉਸ ਨੂੰ ਕਨਾਨੀ ਦੇਵਤੇ ਬੁਆਲ ਦੀ ਪੂਜਾ ਵਿੱਚ ਚੜ੍ਹਾ ਦਿੱਤਾ। ਅਤੇ ਇਸ ਲਈ ਪਰਮੇਸ਼ਵਰ ਦੇ ਕੋਲ ਇੱਕ ਜਾਇਜ਼ ਕਾਰਨ ਹੈ ਕਿ ਉਹ ਨੇਮ ਸਮਾਪਤ ਕਰ ਸਕਦਾ ਹੈ ਅਤੇ ਇਸਰਾਏਲ ਨੂੰ ਤਿਆਗ ਸਕਦਾ ਹੈ। ਅਤੇ ਉਸਨੇ ਇਹ ਕਰਨ ਬਾਰੇ ਸੋਚਿਆ, ਪਰ ਇਸ ਦੀ ਜਗ੍ਹਾ ਉਹ ਕਹਿੰਦਾ ਹੈ ਕਿ ਉਹ ਫਿਰ ਤੋਂ ਇਸਰਾਏਲ ਦੇ ਕੋਲ ਜਾਵੇਗਾ ਅਤੇ ਉਸ ਦੇ ਨਾਲ ਆਪਣੇ ਨੇਮ ਨੂੰ ਫਿਰ ਤੋਂ ਨਵਾਂ ਕਰੇਗਾ। ਅਤੇ ਉਹ ਦੱਸਦਾ ਹੈ ਕਿਉਂ। ਇਹ ਪੂਰੀ ਤਰ੍ਹਾਂ ਨਾਲ ਉਸ ਦੇ ਪਿਆਰ, ਦਇਆ ਅਤੇ ਵਿਸ਼ਵਾਸਯੋਗਤਾ ਦੇ ਕਾਰਨ ਹੈ। ਹੋਸ਼ਿਆ ਫਿਰ ਦੱਸਦਾ ਹੈ ਕਿ ਇਸ ਸਭ ਦਾ ਅਰਥ ਕੀ ਹੈ। ਉਹ ਕਹਿੰਦਾ ਹੈ ਕਿ ਇਸਰਾਏਲ ਦੇ ਵਿਦਰੋਹ ਦੇ ਨਤੀਜੇ ਵਜੋਂ ਜਲਦੀ ਹੀ ਉਹ ਹੋਰ ਕੌਮਾਂ ਤੋਂ ਹਾਰ ਦਾ ਸਾਹਮਣਾ ਕਰਨਗੇ ਅਤੇ ਗੁਲਾਮੀ ਵਿੱਚ ਜਾਣਗੇ, ਪਰ ਭਵਿੱਖ ਦੀ ਬਹਾਲੀ ਲਈ ਆਸ ਹੈ। ਇੱਕ ਦਿਨ ਇਸਰਾਏਲ ਇੱਕ ਵਾਰ ਫਿਰ ਤੋਬਾ ਕਰੇਗਾ ਅਤੇ ਆਪਣੇ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਵਾਪਸ ਆਵੇਗਾ। ਅਤੇ ਹੋਸ਼ਿਆ ਕਹਿੰਦਾ ਹੈ ਕਿ ਉਹ ਉਹਨਾਂ ਤੇ ਦਾਊਦ ਦੇ ਵੰਸ਼ ਤੋਂ ਲੈ ਕੇ ਇੱਕ ਨਵਾਂ ਮਸੀਹ ਰਾਜਾ ਠਹਿਰਾਵੇਗਾ, ਜੋ ਪਰਮੇਸ਼ਵਰ ਦੀ ਬਰਕਤ ਲਿਆਵੇਗਾ। ਇਸ ਤਰ੍ਹਾਂ ਹੀ ਸ਼ੁਰੂਆਤੀ ਭਾਗ ਕਿਤਾਬ ਦੇ ਸਭ ਪ੍ਰਮੁੱਖ ਵਿਚਾਰਾਂ ਨੂੰ ਦਿਖਾਉਂਦਾ ਹੈ। ਇਸਰਾਏਲ ਨੇ ਵਿਦਰੋਹ ਕੀਤਾ ਅਤੇ ਪਰਮੇਸ਼ਵਰ ਉਸ ਦੇ ਕਠੋਰ ਨਤੀਜਿਆਂ ਨੂੰ ਲਿਆਉਣ ਜਾ ਰਿਹਾ ਹੈ, ਪਰ ਪਰਮੇਸ਼ਵਰ ਦਾ ਪਿਆਰ ਅਤੇ ਦਇਆ ਇਸਰਾਏਲ ਦੇ ਪਾਪ ਤੋਂ ਵਧੇਰੇ ਸ਼ਕਤੀਸ਼ਾਲੀ ਹੈ। ਅਤੇ ਇਸ ਤਰ੍ਹਾਂ ਇਸ ਦੇ ਬਾਕੀ ਹਿੱਸਿਆਂ ਵਿੱਚ ਹੋਸ਼ਿਆ ਦੀ ਕਵਿਤਾ ਇਹਨਾਂ ਵਿਸ਼ਿਆਂ ਨੂੰ ਹੋਰ ਵੀ ਗਹਿਰਾਈ ਨਾਲ ਖੋਜਦੀ ਹੈ। ਇੱਥੇ ਇਸਰਾਏਲ ਤੇ ਲੱਗੇ ਦੋਸ਼ਾਂ ਅਤੇ ਉਹਨਾਂ ਨੂੰ ਦਿੱਤੀਆਂ ਚੇਤਾਵਨੀਆਂ ਦੇ ਉੱਪਰ 2 ਸੰਗ੍ਰਹਿ ਹਨ। ਇਹਨਾਂ ਵਿੱਚੋਂ ਹਰੇਕ ਦੀ ਸਮਾਪਤੀ ਪਰਮੇਸ਼ਵਰ ਦੀ ਦਇਆ ਅਤੇ ਭਵਿੱਖ ਦੀ ਉਮੀਦ ਬਾਰੇ ਇੱਕ ਆਸਪੂਰਵਕ ਢੰਗ ਨਾਲ ਹੁੰਦੀ ਹੈ। ਸੋ ਅਧਿਆਇ 4 ਤੋਂ 10 ਵਿੱਚ ਹੋਸ਼ਿਆ ਇਸਰਾਏਲ ਤੇ ਅਵਿਸ਼ਵਾਸ ਦੇ ਕਾਰਨਾਂ ਅਤੇ ਪ੍ਰਭਾਵਾਂ ਦੀ ਪੜਚੋਲ ਕਰਦਾ ਹੈ। ਉਹ ਕਈ ਵਾਰ ਕਹਿੰਦਾ ਹੈ ਕਿ ਇਸਰਾਏਲ ਨੂੰ ਪਰਮੇਸ਼ਵਰ ਦੇ ਗਿਆਨ ਜਾਂ ਸਮਝ ਦੀ ਕਮੀ ਹੈ। ਇਬਰਾਨੀ ਸ਼ਬਦ ਯਾਦਾ, ਜਿਸ ਦਾ ਅਰਥ ਜਾਣਨਾ ਹੈ, ਉਹ ਬੁੱਧੀ ਕਿਰਿਆਵਾਂ ਤੋਂ ਵਧੇਰੇ ਹੈ। ਇਹ ਵਿਅਕਤੀਗਤ ਸਬੰਧ ਦੇ ਗਿਆਨ ਬਾਰੇ ਦੱਸਦਾ ਹੈ। ਸਿਰਫ ਕਿਸੇ ਬਾਰੇ ਜਾਣਨ ਅਤੇ ਅਸਲ ਵਿੱਚ ਕਿਸੇ ਨੂੰ ਜਾਣਨ ਵਿੱਚ ਅੰਤਰ ਹੈ। ਅਤੇ ਪਰਮੇਸ਼ਵਰ ਚਾਹੁੰਦਾ ਹੈ ਕਿ ਇਸਰਾਏਲ ਉਸ ਨੂੰ ਇਸ ਤਰ੍ਹਾਂ ਜਾਣ ਸਕੇ ਜਿਵੇਂ ਰਿਸ਼ਤਿਆਂ ਵਿੱਚ। ਉਹ ਚਾਹੁੰਦਾ ਹੈ ਕਿ ਉਹ ਉਸ ਦੇ ਪ੍ਰਤੀ ਆਪਣੇ ਪਿਆਰ ਦਾ ਅਨੁਭਵ ਕਰਨ ਅਤੇ ਇਸ ਤਰ੍ਹਾਂ ਦੇ ਗਿਆਨੀ ਬਣ ਜਾਣ ਜੋ ਉਹਨਾਂ ਦੇ ਦਿਲ ਅਤੇ ਜੀਵਨ ਨੂੰ ਬਦਲ ਦੇਵੇ ਅਤੇ ਇਸ ਤੋਂ ਉਹ ਉਹਨਾਂ ਨੂੰ ਪਿਆਰ ਕਰ ਸਕੇ। ਅਤੇ ਇਸ ਲਈ ਹੋਸ਼ਿਆ ਲਗਾਤਾਰ ਇਸਰਾਏਲ ਦੀ ਆਰਾਧਨਾ ਦੇ ਪਖੰਡ ਨੂੰ ਪ੍ਰਗਟ ਕਰਦਾ ਹੈ ਅਤੇ ਲਗਾਤਾਰ ਵਿਖਾਉਂਦਾ ਹੈ ਕਿ ਕਿਵੇਂ ਉਹ ਹੁਕਮਾਂ ਨੂੰ ਤੋੜਦੇ ਰਹੇ ਹਨ, ਕਿਵੇਂ ਆਪਣੇ ਸਮੂਹਾਂ ਵਿੱਚ ਘੁਨਿਆਉ ਨੂੰ ਹੋਣ ਦੇ ਰਹੇ ਹਨ। ਅਤੇ ਫਿਰ ਉਹ ਆਪਣੀ ਪਵਿੱਤਰ ਹੈਕਲ ਵਿੱਚ ਜਾਂਦੇ ਅਤੇ ਪਰਮੇਸ਼ਵਰ ਨੂੰ ਬਲੀਦਾਨ ਚੜਾਉਂਦੇ ਹਨ, ਜਿਵੇਂ ਸਭ ਕੁਝ ਠੀਕ ਹੈ। ਪਰ ਸਭ ਠੀਕ ਨਹੀਂ ਹੈ। ਸਿਰਫ ਉਹਨਾਂ ਦੇ ਪਖੰਡ ਕਾਰਨ ਹੀ ਨਹੀਂ, ਸਗੋਂ ਇਸ ਕਾਰਨ ਵੀ ਕਿ ਉਹ ਇਹਨਾਂ ਸਭ ਦੂਸਰੇ ਦੇਵਤਿਆਂ ਦੀ ਪੂਜਾ ਕਰ ਰਹੇ ਸਨ। ਉਹ ਕਈ ਵਾਰ ਬੈਤੇਲ ਅਤੇ ਗਿਲਗਾਲ ਦੇ ਸ਼ਹਿਰਾਂ ਵਿੱਚ ਬਾਲ ਦੀਆਂ ਵੇਦੀਆਂ ਬਾਰੇ ਦੱਸਦਾ ਹੈ। ਅਤੇ ਨਾ ਕੇਵਲ ਉਹਨਾਂ ਨੇ ਹੋਰ ਦੇਵਤਿਆਂ ਪ੍ਰਤੀ ਆਪਣੀ ਭਗਤੀ ਕੀਤੀ, ਸਗੋਂ ਹੋਸ਼ਿਆ ਨੇ ਬਾਰ-ਬਾਰ ਇਸਰਾਏਲ ਉੱਤੇ ਮਿਸਰ ਅਤੇ ਅਸੂਰ ਨਾਲ ਰਾਜਨੀਤਿਕ ਗਠਬੰਧਨ ਉੱਤੇ ਭਰੋਸਾ ਕਰਨ ਦਾ ਦੋਸ਼ ਲਾਇਆ। ਸੁਰੱਖਿਆ ਲਈ ਪਰਮੇਸ਼ਵਰ ਤੇ ਭਰੋਸਾ ਕਰਨ ਦੀ ਬਜਾਏ
ਉਹ ਉਹਨਾਂ ਕੌਮਾਂ ਦੀ ਤਰ੍ਹਾਂ ਬਣਨਾ ਚਾਹੁੰਦੇ ਸਨ ਅਤੇ ਪੂਰੀ ਤਰ੍ਹਾਂ ਆਪਣੀ ਸੈਨਿਕ ਸ਼ਕਤੀ ਤੇ ਨਿਰਭਰ ਹੋਣਾ ਚਾਹੁੰਦੇ ਸਨ ਅਤੇ ਪਰਮੇਸ਼ਵਰ ਕਹਿੰਦਾ ਹੈ ਕਿ ਇਹ ਸਭ ਉਹਨਾਂ ਦੇ ਹੀ ਸਿਰ ਤੇ ਆਉਣ ਜਾ ਰਿਹਾ ਹੈ, ਕਿਉਂਕਿ ਕੁਝ ਹੀ ਸਮੇਂ ਵਿੱਚ ਅਸੂਰ ਉਹਨਾਂ ਤੇ ਹਮਲਾ ਕਰੇਗਾ ਅਤੇ ਉਹਨਾਂ ਦੀ ਭੂਮੀ ਨੂੰ ਤਬਾਹ ਕਰ ਦੇਵੇਗਾ। ਚੇਤਾਵਨੀ ਦੇ ਇਸ ਦੂਸਰੇ ਭਾਗ ਵਿੱਚ ਹੋਸ਼ਿਆ ਇਹ ਵਿਖਾਉਣ ਲਈ ਕਿ ਕਿਸ ਤਰ੍ਹਾਂ ਇਸਰਾਏਲ ਦਾ ਇਹ ਪਰਿਵਾਰ ਸ਼ੁਰੂਆਤ ਤੋਂ ਅਵਿਸ਼ਵਾਸੀ ਹੈ, ਪ੍ਰਾਚੀਨ ਇਸਰਾਏਲ ਦੇ ਇਤਿਹਾਸ ਦਾ ਪਾਠ ਦਿਖਾਉਂਦਾ ਹੈ। ਉਹ ਪੁਰਖੇ ਯਾਕੂਬ ਦੇ ਝੂਠ ਅਤੇ ਵਿਸ਼ਵਾਸਘਾਤ ਵੱਲ ਇਸ਼ਾਰਾ ਕਰਦਾ ਹੈ। ਉਤਪਤ 27 ਅਤੇ 28 ਨੂੰ ਯਾਦ ਕਰੋ। ਉਹ ਉਜਾੜ ਵਿੱਚ ਇਸਰਾਏਲ ਦੇ ਵਿਦਰੋਹ ਦਾ ਹਵਾਲਾ ਦਿੰਦਾ ਹੈ। ਗਿਣਤੀ ਦੀ ਕਿਤਾਬ ਨੂੰ ਯਾਦ ਕਰੋ। ਉਹ ਭ੍ਰਿਸ਼ਟ ਰਾਜੇ ਸ਼ਾਉਲ ਦੀ ਨਿਯੁਕਤੀ ਦਾ ਹਵਾਲਾ ਦਿੰਦਾ ਹੈ, ਜਿਸ ਨੇ ਲੋਕਾਂ ਦੀ ਪਾਪ ਅਤੇ ਤਬਾਹੀ ਦੀ ਵੱਲ ਅਗਵਾਈ ਕੀਤੀ। ਪਹਿਲੇ ਸ਼ਾਮੂਏਲ ਵਿੱਚ ਦਰਜ ਕਹਾਣੀਆਂ ਨੂੰ ਯਾਦ ਕਰੋ। ਇਹ ਹੋਸ਼ਿਆ ਦੇ ਕਹਿਣ ਦਾ ਤਰੀਕਾ ਹੈ ਕਿ ਇਸ ਪਰਿਵਾਰ ਵਿੱਚ ਕੁਝ ਚੀਜ਼ਾਂ ਕਦੇ ਨਹੀਂ ਬਦਲੀਆਂ। ਸੋ ਹੋਸ਼ਿਆ ਦੇ ਕੋਲ ਕੀ ਆਸ ਹੈ? ਖੈਰ, ਅਸੀਂ ਅਧਿਆਇ 3 ਤੋਂ ਜਾਣਦੇ ਹਾਂ ਕਿ ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾਉਣ ਅਤੇ ਬਹਾਲ ਕਰਨ ਲਈ ਕੁਝ ਕਰਨ ਜਾ ਰਿਹਾ ਹੈ। ਇਹ ਅੰਤਿਮ 2 ਅਧਿਆਇ ਇਸੇ ਬਾਰੇ ਹਨ। ਅਧਿਆਇ 11 ਸ਼ਾਨਦਾਰ ਹੈ। ਕਵਿਤਾ ਵਿੱਚ ਪਰਮੇਸ਼ਵਰ ਨੂੰ ਇੱਕ ਪ੍ਰੇਮੀ ਪਿਤਾ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਜਿਸ ਨੇ ਆਪਣੇ ਪੁੱਤਰ ਇਸਰਾਏਲ ਨੂੰ ਉੱਚਾ ਚੁੱਕਿਆ ਅਤੇ ਫਿਰ ਉਸ ਦੇ ਨਾਲ ਸਭ ਕੁਝ ਸਾਂਝਾ ਕੀਤਾ। ਪਰ ਪੁੱਤਰ ਵੱਡਾ ਹੋਇਆ ਅਤੇ ਉਸਨੇ ਪਿਤਾ ਦੇ ਵਿਰੁੱਧ ਵਿਦਰੋਹ ਕੀਤਾ, ਉਸਦੀ ਉਦਾਰਤਾ ਦਾ ਲਾਭ ਉਠਾਇਆ ਅਤੇ ਇਸ ਲਈ ਇਸ ਕਵਿਤਾ ਵਿੱਚ ਪਰਮੇਸ਼ਵਰ ਭਾਵੁਕ ਰੂਪ ਨਾਲ ਟੁੱਟ ਚੁੱਕਾ ਹੈ। ਇੱਕ ਪਲ ਦੇ ਲਈ ਉਹ ਗੁੱਸੇ ਵਿੱਚ ਹੈ ਅਤੇ ਸੁਭਾਵਿਕ ਰੂਪ ਨਾਲ ਉਹ ਕਹਿੰਦਾ ਹੈ ਕਿ ਇਸ ਦੇ ਗੰਭੀਰ ਨਤੀਜੇ ਹੋਣਗੇ, ਪਰ ਅਗਲੇ ਪਲ ਉਸ ਦਾ ਦਿਲ ਟੁੱਟ ਜਾਂਦਾ ਹੈ ਅਤੇ ਫਿਰ ਉਹ ਕਹਿੰਦਾ ਹੈ ਕਿ ਫਿਰ ਉਹ ਆਪਣੀ ਦਇਆ ਅਤੇ ਰਹਿਮ ਨਾਲ ਭਰ ਗਿਆ ਹੈ। ਉਹ ਆਪਣੇ ਪੁੱਤਰ ਨੂੰ ਮਾਫ ਕਰ ਦੇਵੇਗਾ ਕਿਉਂਕਿ ਉਹ ਉਸ ਨਾਲ ਪਿਆਰ ਕਰਦਾ ਹੈ। ਉਹ ਕਹਿੰਦਾ ਹੈ, ਹੇ ਇਫਰਾਇਮ, ਮੈਂ ਤੈਨੂੰ ਕਿਵੇਂ ਛੱਡਾਂ? ਮੇਰਾ ਦਿਲ ਮੇਰੇ ਅੰਦਰ ਬਦਲ ਗਿਆ। ਅਤੇ ਇਸ ਲਈ ਜਦੋਂ ਪਰਮੇਸ਼ਵਰ ਨੇ ਇਸਰਾਏਲ ਉੱਤੇ ਅਸੂਰ ਨੂੰ ਜਿੱਤ ਪ੍ਰਾਪਤ ਕਰਨ ਦਿੱਤੀ ਅਤੇ ਨਤੀਜਿਆਂ ਨੂੰ ਭੁਗਤਣ ਦਿੱਤਾ, ਇਹ ਪਰਮੇਸ਼ਵਰ ਦੇ ਅੰਤਿਮ ਸ਼ਬਦ ਨਹੀਂ ਸਨ। ਹੁਣ ਵੀ ਆਸ ਹੈ ਅਤੇ ਆਖਰੀ ਅਧਿਆਇ ਇਸ ਦੇ ਬਾਰੇ ਹੈ। ਹੋਸ਼ਿਆ ਇਸਰਾਏਲ ਨੂੰ ਤੋਬਾ ਕਰਨ ਅਤੇ ਆਪਣੇ ਦਿਲ ਨੂੰ ਪਰਮੇਸ਼ਵਰ ਦੀ ਵੱਲ ਵਾਪਿਸ ਲਾਉਣ ਲਈ ਕਹਿੰਦਾ ਹੈ, ਪਰ ਉਹ ਜਾਣਦਾ ਹੈ ਕਿ ਉਸ ਦਾ ਕ੍ਰੋਧ ਸਦਾ ਨਹੀਂ ਰਹੇਗਾ, ਕਿਉਂਕਿ ਇਸ ਤਰ੍ਹਾਂ ਪਹਿਲਾਂ ਕਦੀ ਨਹੀਂ ਹੋਇਆ। ਅਤੇ ਪਰਮੇਸ਼ਵਰ ਕਹਿੰਦਾ ਹੈ ਕਿ ਇੱਕ ਦਿਨ ਕਿ ਮੈਂ ਉਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ। ਮੈਂ ਖੁੱਲੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ। ਪਰਮੇਸ਼ਵਰ ਇਸ ਨਵੇਂ ਅਤੇ ਚੰਗਿਆਈ ਪਾਏ ਹੋਏ ਇਸਰਾਏਲ ਦਾ ਵਰਣਨ ਇੱਕ ਹਰੇ ਭਰੇ ਰੁੱਖ ਨਾਲ ਕਰਦਾ ਹੈ, ਜੋ ਡੂੰਘੀਆਂ ਜੜ੍ਹਾਂ ਅਤੇ ਟਹਿਣੀਆਂ ਨੂੰ ਵਧਾਵੇਗਾ ਅਤੇ ਸਭ ਕੌਮਾਂ ਦੇ ਲੋਕਾਂ ਨੂੰ ਛਾਂ ਅਤੇ ਫਲ ਦੇਵੇਗਾ। ਇਹ ਅਬਰਾਹਾਮ ਨਾਲ ਪਰਮੇਸ਼ਵਰ ਦੇ ਵਾਅਦੇ ਦੀ ਇੱਕ ਤਸਵੀਰ ਹੈ ਕਿ ਇਸਰਾਏਲ ਨੇ ਕੌਮਾਂ ਲਈ ਇੱਕ ਬਰਕਤ ਬਣਨਾ ਸੀ ਅਤੇ ਪਰਮੇਸ਼ਵਰ ਕਹਿੰਦਾ ਹੈ ਕਿ ਜੇਕਰ ਇਸ ਤਰ੍ਹਾਂ ਹੋਣ ਵਾਲਾ ਹੈ ਤਾਂ ਇਸ ਲਈ ਪਰਮੇਸ਼ਵਰ ਦੀ ਕਿਰਪਾ ਅਤੇ ਚੰਗਿਆਈ ਦੀ ਸਾਮਰਥ ਦੀ ਜ਼ਰੂਰਤ ਹੋਵੇਗੀ, ਜਿਸ ਤੋਂ ਟੁੱਟਿਆ ਹੋਇਆ ਅਤੇ ਪਾਪ ਨਾਲ ਭਰਿਆ ਮਨੁੱਖ ਦਾ ਦਿਲ ਭਲਾ ਚੰਗਾ ਹੋ ਸਕੇ, ਤਾਂ ਕਿ ਪਰਮੇਸ਼ਵਰ ਦੇ ਲੋਕ ਉਸ ਦਾ ਪਿਆਰ ਪ੍ਰਾਪਤ ਕਰਨ ਅਤੇ ਬਦਲੇ ਵਿੱਚ ਉਸ ਨਾਲ ਪਿਆਰ ਕਰਨ। ਇਹ ਉਹ ਹੈ ਜਿਸ ਨੂੰ ਕਰਨ ਦਾ ਵਾਅਦਾ ਪਰਮੇਸ਼ਵਰ ਨੇ ਕੀਤਾ ਹੈ। ਹੁਣ ਇਸ ਕਵਿਤਾ ਦੇ ਨਤੀਜੇ ਤੋਂ ਬਾਅਦ ਸਾਨੂੰ ਕਿਤਾਬ ਦੇ ਅੰਤਿਮ ਸ਼ਬਦ ਮਿਲਦੇ ਹਨ। ਉਹ ਇੱਕ ਟਿੱਪਣੀ ਦੀ ਤਰ੍ਹਾਂ ਹਨ। ਇਹ ਉਸ ਲੇਖਕ ਦੇ ਸ਼ਬਦ ਹੋ ਸਕਦੇ ਹਨ ਜਿਸ ਨੇ ਹੋਸ਼ਿਆ ਦੀਆਂ ਕਵਿਤਾਵਾਂ ਨੂੰ ਇਕੱਠਿਆਂ ਕੀਤਾ ਅਤੇ ਹੁਣ ਉਹ ਪਾਠਕਾਂ ਨਾਲ ਗੱਲ ਕਰਨਾ ਚਾਹੁੰਦਾ ਹੈ ਅਤੇ ਉਹ ਕਹਿੰਦਾ ਹੈ, ਬੁੱਧਵਾਨ ਅਤੇ ਸਮਝ ਵਾਲਾ ਹੀ ਇਹਨਾਂ ਗੱਲਾਂ ਨੂੰ ਬੁੱਝ ਸਕੇਗਾ, ਅਰਥਾਤ ਹੋਸ਼ਿਆ ਦੀਆਂ ਕਵਿਤਾਵਾਂ ਨੂੰ। ਯਹੋਵਾ ਦੇ ਮਾਰਗ ਤਾਂ ਸਿੱਧੇ ਹਨ ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ। ਇਸ ਲਈ ਲੇਖਕ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਉੱਤਰੀ ਇਸਰਾਏਲ ਦੇ ਲਈ ਹੋਸ਼ਿਆ ਦੀ ਪ੍ਰਾਚੀਨ ਕਵਿਤਾ ਅਤੀਤ ਵਿੱਚ ਵੀ ਬੰਦ ਨਹੀਂ ਹੋਈ। ਉਹ ਪਰਮੇਸ਼ਵਰ ਦੇ ਚਰਿੱਤਰ ਅਤੇ ਉਸ ਦੇ ਉਦੇਸ਼ਾਂ ਅਤੇ ਮਨੁੱਖੀ ਸੁਭਾਅ ਬਾਰੇ ਡੂੰਘੀਆਂ ਸੱਚਾਈਆਂ ਦੱਸਦੀ ਹੈ। ਅਤੇ ਜਦੋਂ ਕਿ ਪਰਮੇਸ਼ਵਰ ਨੂੰ ਮਨੁੱਖੀ ਬੁਰਾਈ ਤੇ ਆਪਣਾ ਨਿਆਂ ਲਿਆਉਣਾ ਚਾਹੀਦਾ ਹੈ ਤੇ ਉਹ ਲਿਆਉਂਦਾ ਵੀ ਹੈ, ਪਰ ਉਸ ਦਾ ਮੁੱਖ ਉਦੇਸ਼ ਉਸ ਦਾ ਦਿਲ ਆਪਣੇ ਲੋਕਾਂ ਨੂੰ ਚੰਗਾ ਕਰਨ ਅਤੇ ਬਚਾਉਣ ਲਈ ਹੈ। ਅਤੇ ਹੋਸ਼ਿਆ ਦੀ ਕਿਤਾਬ ਦੇ ਬਾਰੇ ਬਸ ਇੰਨਾ ਹੀ।